ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗਿਆਨੀ ਸੰਤ ਸਿੰਘ ਜੀ ਮਸਕੀਨ ਜੀ ਹੁਣਾਂ ਦੀ ਲਿਖੀ ਹੋਈ ਕਿਤਾਬ ਦੇਸ਼ ਵਿਦੇਸ਼ ਦੇ ਗੁਰਦੁਆਰਿਆਂ ਦਾ ਪ੍ਰਬੰਧਕੀ ਢਾਂਚਾ ਅਤੇ ਪ੍ਰਚਾਰਕ ਸ਼੍ਰੇਣੀ ਆਪਾਂ ਲੜੀਵਾਰ ਪੜ੍ਹਨੀ ਸ਼ੁਰੂ ਕੀਤੀ ਹੋਈ ਹੈ ਤੇ ਅੱਜ ਆਪਾਂ 31 ਨੰਬਰ ਪੇਜ ਇਸ ਕਿਤਾਬ ਦੇ ਤੇ ਹੈਡਿੰਗ ਹੈ ਰਾਗੀ ਅਤੇ ਕੀਰਤਨੀ ਜਥੇ। ਇਸ ਦੀ ਲੜੀ ਨੂੰ ਜੋੜਦਿਆਂ ਹੋਇਆਂ ਇੱਥੋਂ ਫਿਰ ਆਪਾਂ ਪੜ੍ਹਨਾ ਸ਼ੁਰੂ ਕਰਦੇ ਹਾਂ। ਧੰਨ ਗੁਰੂ ਨਾਨਕ ਦੇਵ ਜੀ ਦੀ ਸੰਸਾਰ ਭ੍ਰਮਣ ਫੇਰੀ ਵਿੱਚ ਮਰਦਾਨਾ ਨਾਲ ਸੀ। ਮਰਦਾਨਾ ਗੁਰੂ ਨਾਨਕ ਦੇਵ ਜੀ ਦਾ ਬਚਪਨ ਦਾ ਸਾਥੀ ਤੇ ਦਿਲਾਂ ਦੀ ਸਾਂਝ ਰੱਖਣ ਵਾਲਾ ਸੀ। ਸਤਿਗੁਰੂ ਜੀ ਮਰਦਾਨੇ ਨੂੰ ਭਾਈ ਸਾਹਿਬ ਕਰਕੇ ਬੁਲਾਉਂਦੇ ਸੀ। ਇਹ ਤੰਤੀ ਸਾਜ਼ ਰਬਾਬ ਵਜਾਉਣ ਵਿੱਚ ਖਾਸ ਮੁਹਾਰਤ ਰੱਖਦਾ ਸੀ। ਰਬਾਬ ਵਜਾ ਕੇ ਗੁਰੂ ਜੀ ਨੂੰ ਕੀਰਤਨ ਸੁਣਾਉਣ ਵਾਲਾ ਇਹ ਗੁਰਮਤਿ ਜਗਤ ਦਾ ਪਹਿਲਾ ਕੀਰਤਨੀਆ ਸੀ। ਗੁਰੂ ਨਾਨਕ ਦੇ ਹਿਰਦੇ ਤੋਂ ਪਰਮਾਤਮਾ ਨੇ ਜਦ ਵੀ ਪ੍ਰਗਟ ਹੋ ਕੇ ਬਾਹਰ ਆਉਣਾ ਚਾਹਿਆ, ਉਹ ਗੀਤ ਸੰਗੀਤ ਬਣ ਕੇ ਪ੍ਰਗਟ ਹੋਇਆ। ਇਹ ਦੁਨੀਆ ਦਾ ਪਹਿਲਾ ਤੇ ਆਖਰੀ ਅਵਤਾਰੀ ਪੁਰਸ਼ ਹੈ ਜਿਸ ਨੇ ਪ੍ਰਾਣਾਂ ਦੀ ਇਤਨੀ ਗਹਿਰਾਈ ਵਿੱਚੋਂ ਗਾਇਆ ਕਿ ਗਾਉਣਾ ਹੀ ਜਪ ਬਣ ਗਿਆ, ਗਾਉਣਾ ਹੀ ਤਪ ਬਣ ਗਿਆ, ਗਾਉਣਾ ਹੀ ਯੋਗ ਤੇ ਗਾਉਣਾ ਹੀ ਸਮਾਧੀ ਬਣ ਗਿਆ। ਸਤਿਗੁਰੂ ਜੀ ਇਸ ਨੂੰ ਨਾਮ ਰੂਪੀ ਭੋਜਨ ਦਾ ਸਵਾਦਿਸ਼ਟ ਮਸਾਲਾ ਮੰਨਦੇ ਹਨ। ਯਥਾ ਮਾਰਨ ਨਾਦ ਕੀਏ। ਕੀਰਤਨ ਗੁਰਮਤਿ ਵਿੱਚ ਪ੍ਰਭੂ ਪ੍ਰਾਪਤੀ ਦਾ ਸਾਧਨ ਬਣ ਗਿਆ। ਕਲਯੁਗ ਮਹਿ ਕੀਰਤਨ ਪ੍ਰਧਾਨਾ। ਗੁਰਮਤਿ ਦੇ ਵਿਕਾਸ ਨਾਲ ਕੀਰਤਨ ਭਗਤੀ ਰਾਹੀਂ ਜੁੜਨਾ ਤੇ ਜੋੜਨਾ ਵਿਕਸਿਤ ਹੁੰਦਾ ਰਿਹਾ। ਕੀਰਤਨੀ ਜਥੇ ਮੁੜ ਤੋਂ ਵਿਕਸਿਤ ਹੁੰਦੇ ਹੋਏ ਅੱਜ ਦੀ ਅਵਸਥਾ ਤੱਕ ਪੁੱਜੇ ਹਨ। ਮੂਲ ਰੂਪ ਵਿੱਚ ਪੰਜਵੇਂ ਗੁਰੂ ਨਾਨਕ ਗੁਰੂ ਅਰਜਨ ਦੇਵ ਜੀ ਮਹਾਰਾਜ ਤੱਕ ਮਰਦਾਨੇ ਦੀ ਅੰਸ਼ ਤੇ ਉਸ ਦੀ ਬਰਾਦਰੀ ਘਰਾਣੇ ਦੇ ਲੋਕ ਕੀਰਤਨ ਕਰਦੇ ਰਹੇ। ਇਹਨਾਂ ਨੂੰ ਗੁਰਮਤਿ ਜਗਤ ਵਿੱਚ ਰਬਾਬੀ ਆਖਿਆ ਜਾਂਦਾ ਸੀ। ਰਬਾਬ ਈਰਾਨੀ, ਅਫਗਾਨੀ, ਉਜ਼ਬੇਕਿਸਤਾਨ, ਤਜਾਕਿਸਤਾਨ ਦੇ ਕਲਾਕਾਰਾਂ ਤੇ ਸੂਫੀ ਫਕੀਰਾਂ ਦਾ ਸਾਜ਼ ਰਿਹਾ ਹੈ। ਰਬਾਬ ਤੋਂ ਮੁਰਾਦ ਹੈ ਰੱਬੇ ਆਬ, ਰੱਬੀ ਝਰਨਾ, ਰੱਬ ਦੇ ਰਸ ਦੀ ਪ੍ਰਵਾਹ ਧਾਰਾ। ਸੰਗੀਤ ਪਰਮਾਤਮਾ ਦੀ ਆਵਾਜ਼ ਹੈ। ਉਸੇ ਦੀ ਆਵਾਜ਼ ਵਿੱਚ ਆਵਾਜ਼ ਮਿਲਾਇਆ ਈਸ਼ਵਰੀ ਮਿਲਾਪ ਹੁੰਦਾ ਹੈ। ਰਬਾਬ ਇੱਕ ਐਸਾ ਸਾਜ਼ ਹੈ ਜਿਸ ਵਿੱਚ ਸੁਰ ਵੀ ਹੈ, ਤਾਲ ਵੀ ਹੈ। ਲੰਬੀ ਪ੍ਰਚਾਰ ਫੇਰੀ ਵਿੱਚ ਸੁਰ ਤੇ ਤਾਲ ਲਈ ਦੋ ਸਾਜ਼ਾਂ ਨੂੰ ਚੁੱਕਣਾ ਕਠਿਨ ਸੀ, ਲਿਹਾਜ਼ਾ ਰਬਾਬ ਨੂੰ ਹੀ ਗੁਰੂ ਨਾਨਕ ਨੇ ਪਸੰਦ ਕੀਤਾ। ਇਹ ਕੀਰਤਨੀਏ ਵੰਸ਼ ਪਰੰਪਰਾ ਦੇ ਨਾਮ ਕਰਕੇ ਰਬਾਬੀ ਜਾਣੇ ਜਾਂਦੇ ਸਨ। ਦੇਸ਼ ਦੀ ਵੰਡ ਤੋਂ ਪਹਿਲੇ ਦਰਬਾਰ ਸਾਹਿਬ ਅੰਦਰ ਰਬਾਬੀ ਕੀਰਤਨ ਕਰਦੇ ਸਨ ਤੇ ਦੇਸ਼ ਦੇ ਵੱਡੇ ਗੁਰਦੁਆਰੇ ਤੇ ਗੁਰਪੁਰਬ ਸਮਾਗਮਾਂ ਤੇ ਪੁੱਜ ਕੇ ਆਪਣੀ ਕੀਰਤਨ ਕਲਾ ਰਾਹੀਂ ਸੰਗਤਾਂ ਨੂੰ ਗੁਰਬਾਣੀ ਨਾਲ ਜੋੜ ਪਰਮਾਤਮ ਰਸ ਮਾਨਣ ਦਾ ਸਾਧਨ ਬਣੇ ਰਹੇ। ਭਾਵੇਂ ਗੁਰੂ ਅਰਜਨ ਦੇਵ ਜੀ ਮਹਾਰਾਜ ਨਾਲ ਧਨ ਪ੍ਰਾਪਤੀ ਦੀ ਕਮੀ ਦੇਖ ਗੁਰੂ ਘਰ ਨਾਲੋਂ ਬੇਮੁਖ ਹੋ ਕੇ ਟੁੱਟ ਗਏ ਸਨ, ਲੇਕਿਨ ਪਛਚਾਤਾਪ ਕਰ ਜੁੜੇ ਹੋਏ ਸਿੱਖ ਲੱਦਾ ਪਰਉਪਕਾਰੀ ਰਾਹੀਂ ਫਿਰ ਜੋੜ ਦਿੱਤੇ ਗਏ। ਗੁਰੂ ਗ੍ਰੰਥ ਸਾਹਿਬ ਵਿੱਚ ਗੁਰੂ ਦੀ ਬਾਣੀ, ਭੱਟਾਂ ਦੀ ਬਾਣੀ, ਭਗਤਾਂ ਦੀ ਬਾਣੀ ਤੋਂ ਇਲਾਵਾ ਇਹਨਾਂ ਕੀਰਤਨੀਆਂ ਦੀ ਬਾਣੀ ਸੱਤਾ ਬਲਵੰਡ ਦੀ ਬ੍ਰਹਿਮੰਡ ਦੀ ਉਚਾਰੀ ਹੋਈ ਉੱਚ ਸਿੰਘਾਸਨ ਤੇ ਬਿਰਾਜਮਾਨ ਹੋਈ। ਇਹ ਕੀਰਤਨੀ ਜਥੇ 20ਵੀਂ ਸਦੀ ਦੇ ਆਰੰਭ ਤੇ ਮੱਧਕਾਲ ਵਿੱਚ ਨਾਮਵਰ ਰਬਾਬੀਆਂ ਵਿੱਚੋਂ ਹੀ ਸਨ। ਭਾਵੇਂ ਸੱਤੇ ਬਲਵੰਡ ਦੇ ਵਕਤੀ ਤੌਰ ਤੇ ਟੁੱਟਣ ਨਾਲ ਗੁਰੂ ਅਰਜਨ ਦੇਵ ਦੀ ਪ੍ਰੇਰਨਾ ਨਾਲ ਗੁਰਸਿੱਖ ਕੀਰਤਨੀਏ ਆਲਮੇ ਵਜੂਦ ਵਿੱਚ ਆਏ ਤੇ ਪ੍ਰਫੁੱਲਤ ਹੁੰਦੇ ਰਹੇ, ਪਰੰਤੂ ਫਿਰ ਵੀ ਸਦੀ ਦੇ ਮੱਧਕਾਲ ਤੱਕ ਰਬਾਬੀ ਸਿਖਰ ਤੇ ਸਨ। ਭਾਈ ਚਾਂਦ, ਭਾਈ ਮੋਤੀ, ਭਾਈ ਮੁਖਤਿਆਰ, ਭਾਈ ਲਾਲ, ਭਾਈ ਕਸੀਟਾ ਤੇ ਭਾਈ ਸੁੰਦਰ ਨਾਮਵਰ ਕੀਰਤਨੀਏ ਸਨ। ਭਾਈ ਚਾਂਦ ਪ੍ਰਮਾਣਾਂ ਦੇ ਕੀਰਤਨ ਦੇ ਜਨਮਦਾਤੇ ਹਨ। ਸ਼ਬਦ ਗਾਇਨ ਕਰਦਿਆਂ ਹੋਇਆਂ ਪ੍ਰਮਾਣ ਦੇਣਾ ਭਾਈ ਚੰਦ ਦਾ ਅਦੁੱਤੀ ਤੇ ਵਿਸਮਾਦੀ ਢੰਗ ਸੀ ਤੇ ਇਸ ਤਰ੍ਹਾਂ ਸ਼ਬਦ ਦੀ ਗਾਇਕੀ ਵਿਆਖਿਆਮਈ ਹੋ ਜਾਂਦੀ ਸੀ। ਇਹਨਾਂ ਦਾ ਪਹਿਰਾਵਾ ਤੇ ਨਾਮ ਇਸਲਾਮੀ ਰੰਗ ਦੇ ਸਨ। ਗੁਰੂ ਨਾਨਕ ਦੇਵ ਜੀ ਤੋਂ ਵਿਰਾਸਤ ਵਿੱਚ ਮਿਲੀ ਖੁੱਲ੍ਹ ਕਰਕੇ ਸਿੱਖਾਂ ਦੇ ਜਿਗਰੇ ਵਿਸ਼ਾਲ ਸਨ। ਸਿੱਖ ਧਰਮ ਨਦੀ, ਨਾਲੇ ਤੇ ਦਰਿਆ ਦਾ ਰੂਪ ਨਹੀਂ ਰੱਖਦਾ। ਇਹ ਤਾਂ ਸਾਗਰ ਹੈ ਜਿਸ ਵਿੱਚ 10 ਦਿਸ਼ਾਵਾਂ ਤੋਂ ਵੱਖ-ਵੱਖ ਵਰਨ ਭੇਦ ਦੀਆਂ ਨਦੀਆਂ ਲੀਨ ਹੁੰਦੀਆਂ ਰਹੀਆਂ ਹਨ। ਸਦੀ ਦੇ ਮੱਧਕਾਲ ਵਿੱਚ ਗੁਰਸਿੱਖ ਕੀਰਤਨੀਆਂ ਨੇ ਗੁਰਬਾਣੀ ਰਸ ਨਾਲ ਜੁੜ ਮਹਾਨ ਸੇਵਾ ਕੀਤੀ ਤੇ ਆਪਣਾ ਨਾਮ ਉਜਾਗਰ ਕੀਤਾ। ਕੁਝ
ਹਿੰਦੂ ਸਨਾਤਨ ਤੇ ਗੁਰਮਤਿ ਸੰਸਕ੍ਰਿਤੀ ਦੀ ਮਿਲੀ ਜੁਲੀ ਛਾਪ ਰੱਖਣ ਵਾਲੇ ਕੀਰਤਨੀਏ ਵੀ ਸੇਵਾ ਕਰਦੇ ਰਹੇ। ਇਹ ਕੀਰਤਨੀਏ ਮੁਲਤਾਨ, ਝੰਗ, ਮਘਿਆਣਾ, ਮੀਆਂਵਾਲੀ ਤੇ ਸੂਬਾ ਸਰਹੰਦ ਦੇ ਇਲਾਕੇ ਨਾਲ ਸੰਬੰਧਿਤ ਸਨ। ਇਸ ਤਰ੍ਹਾਂ ਗੁਰਬਾਣੀ ਦਾ ਪ੍ਰਚਾਰ ਇਹਨਾਂ ਵੱਖ-ਵੱਖ ਵੇਸ਼-ਭੂਸ਼ਾ ਧਾਰਨ ਕੀਤੇ ਕੀਰਤਨੀਆਂ ਰਾਹੀਂ ਹੁੰਦਾ ਰਿਹਾ। ਅੱਜ ਦੇ ਸਮੇਂ ਉੱਤਰ ਪ੍ਰਦੇਸ਼ ਵਿੱਚ ਨਵੇਂ ਸਿੰਘ ਸਜੇ ਕੀਰਤਨੀਏ ਵੀ ਸੇਵਾਰਤ ਹਨ। ਸਿੱਖੀ ਸਰੂਪ ਦੇ ਵਾਧੇ ਨਾਲ ਤੇ ਕੀਰਤਨ ਸੁਣਨ ਦੀ ਮੰਗ ਨੇ ਬਹੁਤ ਸਾਰੇ ਕੀਰਤਨੀ ਜਥਿਆਂ ਨੂੰ ਜਨਮ ਦਿੱਤਾ ਹੈ। ਕੀਰਤਨ ਸਿਖਾਉਣ ਲਈ ਪੁਰਾਣੇ ਤੇ ਨਵੇਂ ਵਿਦਿਆਲੇ ਉਦਮਸ਼ੀਲ ਹਨ। ਕੀਰਤਨੀ ਜਥਿਆਂ ਵਿੱਚੋਂ ਕੁਝ ਜਥਿਆਂ ਨੇ ਸੰਗਤਾਂ ਵਿੱਚ ਕੀਰਤਨ ਸੁਣਨ ਦਾ ਸ਼ੌਕ ਵਧਾਇਆ ਹੈ। ਭਾਵੇਂ ਕੀਰਤਨੀ ਜਥੇ ਬਹੁਤਾਤ ਵਿੱਚ ਹਨ ਅਤੇ ਨਵੇਂ ਵੀ ਤਿਆਰ ਹੋ ਰਹੇ ਹਨ, ਫਿਰ ਵੀ ਦੇਸ਼ ਵਿੱਚ ਬਹੁਤੇ ਗੁਰਦੁਆਰਿਆਂ ਵਿੱਚ ਜਥੇ ਨਹੀਂ ਹਨ ਤੇ ਲੋੜ ਪਾਸਦੀ ਹੈ। ਪਿਛਲੇ 2 ਦਹਾਕਿਆਂ ਤੋਂ ਕੀਰਤਨੀਆਂ ਦੀ ਰੁਚੀ ਤੇ ਪ੍ਰਬੰਧਕਾਂ ਦੇ ਸੁਭਾਅ ਨੇ ਕੀਰਤਨ ਨੂੰ ਖਰੀਦੋ ਫਰੋਖਤ ਦੀ ਵਸਤੂ ਬਣਾ ਲਿਆ ਹੈ। ਬਹੁਤੇ ਕੀਰਤਨ ਦਰਬਾਰ ਬਾਜ਼ਾਰੂ ਮਾਹੌਲ ਪੇਸ਼ ਕਰਦੇ ਹਨ। ਇੱਕ ਨੂੰ ਇੱਕ ਚਿੰਤਾ ਹੈ ਕਿ ਕਿਤਨਾ ਬਚੇਗਾ ਤੇ ਇੱਕ ਦੀ ਇਹ ਬਿਰਤੀ ਕਿ ਕਿਤਨਾ ਮਿਲੇਗਾ। ਭੇਟਾ ਲੈਣ ਤੇ ਦੇਣ ਦੀ ਬਿਰਤੀ ਹੁਣ ਨਹੀਂ ਰਹੀ, ਹੁਣ ਦੋਹਾਂ ਪਾਸਿਆਂ ਤੋਂ ਮੁੱਲ ਚੁਕਾਉਣਾ ਰਹਿ ਗਿਆ। ਕੀਰਤਨ ਗੁਰੂ ਦਰਬਾਰ ਦੀ ਸ਼ੋਭਾ ਸੀ, ਪਰ ਕੀਰਤਨ ਤਾਂ ਖੁਦ ਹੀ ਦਰਬਾਰ ਬਣ ਗਿਆ। ਇਹ ਨਾਮ ਵੀ ਕੋਈ 3 ਦਹਾਕਿਆਂ ਤੋਂ ਪੁਰਾਣਾ ਨਹੀਂ ਹੈ। ਕੀਰਤਨ ਗੁਰੂ ਦਰਬਾਰ ਵਿੱਚ ਹੋਵੇ ਤਾਂ ਸਤਸੰਗ ਹੈ ਤੇ ਗੁਰੂ ਨਾਲ ਜੁੜਨ ਦਾ ਵਸੀਲਾ ਹੈ, ਪਰੰਤੂ ਕੀਰਤਨ ਹੀ ਦਰਬਾਰ ਹੈ, ਇਹ ਮੇਰੀ ਸਮਝ ਤੋਂ ਪਰੇ ਹੈ। ਆਖਰ ਕੀਰਤੀ ਕਿਸੇ ਦਰਬਾਰ ਦੀ ਹੀ ਗੈਨ ਹੁੰਦੀ ਹੈ, ਨਾ ਕਿ ਕੀਰਤੀ ਖੁਦ ਹੀ ਦਰਬਾਰ ਹੈ। ਜਿਸ ਦਿਨ ਦਾ ਕੀਰਤਨ ਦਰਬਾਰ ਬਣਿਆ, ਉਸ ਦਿਨ ਦਾ ਕੀਰਤਨ ਬਾਜ਼ਾਰ ਬਣਦਾ ਜਾ ਰਿਹਾ। ਮੋਲ ਤੋਲ ਵਿਆਪਕ ਰੂਪ ਵਿੱਚ ਹੁੰਦਾ ਹੈ। ਮੁੱਲ ਦੇਣ ਦੀ ਸਮਰੱਥਾ ਨਹੀਂ ਰੱਖਦਾ ਜਾਂ ਦੇਣਾ ਨਹੀਂ ਚਾਹੁੰਦਾ, ਉਹ ਕੀਰਤਨ ਨਹੀਂ ਸੁਣ ਸਕਦਾ। ਕੀਰਤਨੀਏ ਵੀ ਕੀਰਤਨ ਪ੍ਰਭੂ ਨਾਲ ਜੁੜਨ ਦਾ ਵਸੀਲਾ ਨਾ ਸਮਝ ਕੇ ਵਸਤੂ ਦੀ ਤਰ੍ਹਾਂ ਬਾਜ਼ਾਰ ਲੱਭਦੇ ਹਨ। ਇਸ ਤਰ੍ਹਾਂ ਅਜੋਕੇ ਦੌਰ ਵਿੱਚ ਕੀਰਤਨ ਗੁਰਮਤਿ ਦੇ ਪ੍ਰਚਾਰ ਨੂੰ ਵਧਾ ਰਿਹਾ ਹੋਵੇ, ਐਸਾ ਦਿਖਾਈ ਨਹੀਂ ਦੇ ਰਿਹਾ। ਪਹਿਲੇ ਨਾਲੋਂ ਕੀਰਤਨ ਤੇ ਕੀਰਤਨੀਏ ਜ਼ਿਆਦਾ ਹਨ, ਲੇਕਿਨ ਗੁਰਮਤਿ ਦੀ ਸੂਝ ਸਮਝ ਵਿੱਚ ਵਾਧਾ ਹੋਵੇ, ਇਹ ਸਿਰਫ ਨਾਮਾਤਰ ਹੈ। 1% ਗੁਰਮਤਿ ਪ੍ਰਚਾਰ ਨੂੰ ਮੁੱਖ ਰੱਖਦੇ ਹਨ ਤੇ ਆਪਣੀ ਉਪਜੀਵਕਾ ਨੂੰ ਨੰਬਰ 2 ਤੇ, ਜਿਸ ਕਰਕੇ ਅਸੀਂ ਕਹਿ ਸਕਦੇ ਹਾਂ ਕਿ ਬੀਜ ਨਾਸ ਨਹੀਂ ਹੋਇਆ। 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਜੀ ਨੇ ਅਬਦੁੱਲਾ ਢਾਡੀ ਰਾਹੀਂ ਢਾਡੀ ਅੰਗ ਨੂੰ ਵੀ ਜੋੜਿਆ ਤਾਂ ਕਿ ਕੌਮ ਨੂੰ ਆਪਣੀ ਇਤਿਹਾਸਕ ਵਿਰਾਸਤ ਦਾ ਪਤਾ ਹੋਵੇ। ਢਾਡੀ ਸ਼੍ਰੇਣੀ ਵਿੱਚ ਵੀ ਕੁਝ ਪ੍ਰਤਿਭਾਸ਼ਾਲੀ ਹੋਏ ਹਨ ਤੇ ਹੁਣ ਵੀ ਹਨ, ਜਿਨ੍ਹਾਂ ਰਾਹੀਂ ਇਤਿਹਾਸ ਦੇ ਮਹਲ ਖੜੇ ਹਨ, ਲੇਕਿਨ ਇਸ ਸ਼੍ਰੇਣੀ ਵਿੱਚ ਬਹੁਤਾ ਤਬਕਾ ਇਤਿਹਾਸ ਤੋਂ ਨਾਵਾਕਫ ਤੇ ਲਕੀਰ ਦਾ ਫਕੀਰ ਹੈ। ਅਧਿਆਤਮਕ ਤੇ ਗੁਰਮਤਿ ਇਤਿਹਾਸ ਦੀ ਗਹਿਰੀ ਛਾਪ ਨਹੀਂ ਦੇ ਸਕਦੇ। ਅਗਲਾ ਹੈਡਿੰਗ ਹੈ ਕਥਾਵਾਚਕ ਤੇ ਗੁਰਬਾਣੀ ਵਿਆਖਿਆਕਾਰ। ਗੁਰੂ ਅਰਜਨ ਦੇਵ ਤੇ ਭਾਈ ਗੁਰਦਾਸ ਜੀ ਤੋਂ ਹੀ ਕਥਾ ਦੀ ਪਰੰਪਰਾ ਚੱਲੀ। ਕਥਾ ਵਿੱਚ 4 ਮੂਲ ਨੁਕਤੇ ਹੇਠ ਲਿਖੇ ਅਨੁਸਾਰ ਹੋਣੇ ਚਾਹੀਦੇ ਹਨ। ਪਹਿਲਾ, ਕੀਰਤੀ ਕਿਸ ਦੀ ਹੋਵੇ। ਦੂਜਾ, ਕੀਰਤੀ ਕਿਵੇਂ ਕਰਨੀ। ਤੀਜਾ, ਕੀਰਤੀ ਕਿਉਂ ਕਰਨੀ। ਅਤੇ ਚੌਥਾ, ਕੀਰਤੀ ਕਦੋਂ ਕਰਨੀ ਹੈ। ਉਪਰੋਕਤ ਸਾਰੇ ਨੁਕਤਿਆਂ ਨੂੰ ਗਿਆਨ ਤੋਂ ਭਾਵਪੂਰਵਕ ਬਿਆਨ ਕਰਨ ਨੂੰ ਕਥਾ ਕਹਿੰਦੇ ਹਨ। ਉਪਰੋਕਤ ਸਾਰੇ ਨੁਕਤਿਆਂ ਨੂੰ ਗਿਆਨ ਤੇ ਭਾਵਪੂਰਵਕ ਬਿਆਨ ਕਰਨ ਨੂੰ ਕਥਾ ਕਹਿੰਦੇ ਹਨ। ਕਥਾਵਾਚਕ ਲਈ 3 ਪ੍ਰਕਾਰ ਦੀ ਸੋਝੀ ਲਾਜ਼ਮੀ ਕਰਾਰ ਦਿੱਤੀ ਗਈ ਹੈ। ਪ੍ਰਥਮ ਸ਼ਬਦ ਪ੍ਰਮਾਣ, ਦੂਜਾ ਅਨੁਭਵ ਤੇ ਤੀਜਾ ਯੁਕਤੀ। ਸ਼ਬਦ ਪ੍ਰਮਾਣ ਕੰਠ ਨਹੀਂ ਹਨ, ਜਾਂ ਉਹਨਾਂ ਦਾ ਅਰਥਬੋਧ ਤੇ ਅਨੁਭਵ ਨਹੀਂ ਹੈ, ਜਾਂ ਜਿਸ ਸ਼ਬਦ ਪ੍ਰਮਾਣ ਤੇ ਅਰਥਬੋਧ ਤੇ ਅਨੁਭਵ ਨੂੰ ਬਿਆਨ ਕਰਨ ਦੀ ਯੁਕਤੀ ਨਹੀਂ ਹੈ। ਬਿਆਨ ਕਰਨ ਦੀ ਯੁਕਤੀ ਹੀਣਾ ਅਨੁਭਵ ਤਾਂ ਸ਼ਬਦ ਪ੍ਰਮਾਣ ਹੈ। ਜਿਵੇਂ ਕਿ ਕੋਈ ਮਨੁੱਖ ਕਾਰ ਦੀ ਡਰਾਈਵਿੰਗ ਸੀਟ ਤੇ ਬੈਠ ਜਾਵੇ ਤੇ ਕਾਰ ਉਸਨੂੰ ਚਲਾਉਣੀ ਨਾ ਆਉਂਦੀ ਹੋਵੇ। ਯੁਕਤੀਹੀਣ ਸ਼ਬਦ ਪ੍ਰਮਾਣ ਤੇ ਅਨੁਭਵ ਸਰੋਤਿਆਂ ਦੀ ਹਿਰਦੇ ਦੀ ਮੰਜ਼ਿਲ ਤੇ ਨਹੀਂ ਪੁੱਜਦੇ। ਉਹ ਤੀਰ ਜੋ ਨਿਸ਼ਾਨੇ ਤੇ ਨਹੀਂ ਪੁੱਜੇ। ਸ਼ਬਦ ਪ੍ਰਮਾਣ, ਅਨੁਭਵ ਤੇ ਯੁਕਤੀ ਦਾ ਸੁਮੇਲ ਸਰੋਤਿਆਂ ਦੇ ਹਿਰਦਿਆਂ ਵਿੱਚ ਪਰਿਵਰਤਨ ਕਰਨ ਵਿੱਚ ਸਫਲ ਹੁੰਦਾ ਹੈ। ਐਸੀ ਕਥਾ ਤਮਾਮ ਧਾਰਮਿਕ ਕਰਮਾਂ ਵਿੱਚੋਂ ਸ੍ਰੇਸ਼ਟ ਉੱਤਮ ਹੈ। ਸਭ ਤੇ ਉੱਤਮ ਹਰ ਕੀ ਕਥਾ, ਨਾਮ ਸੁਣਤ ਦਰਦ ਦੁਖ ਲੱਥਾ। ਯਥਾ ਸੁਣ ਹਰ ਕਥਾ ਉਤਾਰੀ ਮੈਲ। ਅਨੁਭਵ ਤੇ ਯੁਕਤੀਹੀਨ ਕਥਾ ਸਰੋਤਿਆਂ ਦੇ ਭਰਮ ਜਾਲ ਨੂੰ ਨਹੀਂ ਤੋੜਦੀ। ਕਥਨੀ ਕਹਿ ਭਰਮ ਨ ਜਾਈ, ਸਭ ਕਥ ਕਥ ਰਹੀ ਲੁਕਾਈ। ਸੋਰਠ ਕਬੀਰ ਪੰਨਾ 655। ਯੁਕਤੀ ਤੇ ਅਨੁਭਵਹੀਣ
ਯੁਕਤੀ ਤੇ ਅਨੁਭਵ ਲੀਨ ਕਥਾ ਸਰੋਤਿਆਂ ਤੇ ਕਥਾਵਾਚਕਾਂ ਨੂੰ ਆਤਮਿਕ ਲੀਨਤਾ ਦਾ ਆਨੰਦ ਦਿੰਦੀ ਹੈ, ਪਰ ਅਨੁਭਵਹੀਨ ਕਥਾ ਦਿਮਾਗੀ ਵਰਜਿਸ਼ ਤੋਂ ਬਿਨਾਂ ਕੁਝ ਨਹੀਂ। ਅੱਜ ਦੇ ਦੌਰ ਵਿੱਚ ਦਿਮਾਗੀ ਵਰਜਿਸ਼ ਜ਼ਿਆਦਾ ਦਿਖਾਈ ਦੇ ਰਹੀ ਹੈ। ਕਥਾਵਾਚਕ ਤੇ ਗੁਰਬਾਣੀ ਵਿਚਾਰਕਾਂ ਨੂੰ ਅਨਮਤ ਦੇ ਰਸਤਿਆਂ ਦਾ ਭਰਪੂਰ ਬੋਧ ਹੋਣਾ ਚਾਹੀਦਾ, ਤਾਂ ਕਿ ਉਹ ਗੁਰਬਾਣੀ ਦੇ ਅਤੇ ਪੰਥ ਦੇ ਮੁਕੰਮਲ ਇਰਾਦੇ ਨੂੰ ਪੂਰਨ ਵਿਸ਼ਵਾਸ ਤੇ ਭਾਵ ਨਾਲ ਵਿਚਾਰ ਕੇ ਜਗਤ ਸਾਹਮਣੇ ਰੱਖ ਸਕੇ। ਅਨਮਤ ਦੀ ਵਿਚਾਰਤਾ ਇੱਕ ਪਾਸੇ ਰਹੀ, ਗੁਰਬਾਣੀ ਵਿਚਾਰ ਵੀ ਅਨੁਭਵ ਤੇ ਅਭਿਆਸਹੀਨ ਹੁੰਦੀ ਹੈ। ਜੋ ਗੁਰਮਤਿ ਪਾਠ ਦੀ ਸਿੱਖਿਆ ਦਿੱਤੀ ਜਾਂਦੀ, ਜਿਸ ਕਰਕੇ ਕੀਰਤਨੀਆਂ ਦੀ ਥੁੜ ਨਹੀਂ ਪਰ ਵਿਚਾਰ ਟਾਵਾਂ ਹੀ ਦਿਖਾਈ ਦਿੰਦਾ ਹੈ। ਕੀਰਤਨੀਆਂ ਤੇ ਪ੍ਰਚਾਰਕਾਂ ਦਾ ਪ੍ਰਬੰਧਕੀ ਢਾਂਚੇ ਵਿੱਚ ਕੋਈ ਹਿੱਸਾ ਨਹੀਂ,